PLT ਐਜੂਕੇਟ ਦੇ ਅੱਜ ਦੇ ਇਸ ਵੀਡੀਓ ਸੈਸ਼ਨ ਦੇ ਵਿੱਚ ਮੈਂ ਰਾਜੂ ਸ਼ਰਮਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਪਹਿਲੇ ਵਿੱਚੋਂ ਅੱਜ ਦੇ ਸੈਸ਼ਨ ਦੇ ਵਿੱਚ ਮੈਂ ਲੈ ਕੇ ਆਇਆ ਹਾਂ ਤੁਹਾਡੇ 8ਵੀਂ ਜਮਾਤ ਨਾਲ ਸੰਬੰਧਿਤ ਸਿਲੇਬਸ ਦੇ ਜਿੰਨੇ ਵੀ ਅਧਿਆਏ ਹਨ ਉਹਨਾਂ ਦੇ MCQs ਜੋ ਕਿ ਤੁਹਾਡੇ ਕੰਪੀਟੀਟਿਵ ਐਗਜ਼ਾਮਸ ਦੇ ਲਈ ਕਾਫੀ ਮਦਦਗਾਰ ਹੋਣਗੇ। ਤਾਂ ਸ਼ੁਰੂ ਕਰਦੇ ਹਾਂ। ਸਾਡੇ ਕੋਲ ਜੋ ਅਧਿਆਏ ਇੱਕ ਹੈ ਉਹ ਹੈ ਫਸਲ ਉਤਪਾਦਨ ਅਤੇ ਪ੍ਰਬੰਧਨ ਤੇ ਉਸ ਦੇ ਨਾਲ ਸੰਬੰਧਿਤ MCQs ਕਰਦੇ ਹਾਂ। ਪਹਿਲਾ ਪ੍ਰਸ਼ਨ ਇਹ ਹੈ ਕਿ ਇੰਨੀ ਵੱਡੀ ਜਨਸੰਖਿਆ ਨੂੰ ਭੋਜਨ ਉਪਲਬਧ ਕਰਵਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ। ਆਪਸ਼ਨਸ ਦਿੱਤੀਆਂ ਹਨ ਲਗਾਤਾਰ ਉਤਪਾਦਨ, ਉਚਿਤ ਪ੍ਰਬੰਧਨ, ਸਹੀ ਵੰਡ ਪ੍ਰਣਾਲੀ। ਤਾਂ ਪਿਆਰੇ ਬੱਚਿਓ, ਸਾਨੂੰ ਪਤਾ ਹੈ ਕਿ ਜਨਸੰਖਿਆ ਜੇ ਵੱਡੀ ਹੈ ਤਾਂ ਉਸਦੇ ਭੋਜਨ ਦੇ ਲਈ ਸਾਨੂੰ ਲਗਾਤਾਰ ਉਤਪਾਦਨ ਕਰਨ ਦੀ ਲੋੜ ਹੈ, ਨਾਲ ਦੀ ਨਾਲ ਉਚਿਤ ਪ੍ਰਬੰਧਨ ਦੀ ਵੀ ਲੋੜ ਹੈ, ਸਹੀ ਵੰਡ ਪ੍ਰਣਾਲੀ ਵੀ ਹੋਣੀ ਚਾਹੀਦੀ ਹੈ। ਇਸ ਕਰਕੇ ਇਸ ਦਾ ਉੱਤਰ ਹੋਏਗਾ ਉਪਰੋਕਤ ਸਾਰੇ। ਨੈਕਸਟ ਹੈ ਸਾਡੇ ਕੋਲ ਰਬੀ ਦੀਆਂ ਫਸਲਾਂ ਕਿਹੜੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ। ਸੋ ਪਿਆਰੇ ਬੱਚਿਓ, ਰਬੀ ਦੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ ਸਰਦ ਰੁੱਤ ਵਿੱਚ। ਝੋਨੇ ਧਾਨ ਦੀ ਫਸਲ ਨੂੰ ਫਸਲਾਂ ਦੇ ਕਿਸ ਵਰਗ ਵਿੱਚ ਰੱਖਿਆ ਜਾਂਦਾ ਹੈ। ਇਸ ਨੂੰ ਰੱਖਿਆ ਜਾਂਦਾ ਹੈ ਖਰੀਫ ਦੀ ਫਸਲ। ਹੇਠ ਲਿਖਿਆਂ ਵਿੱਚੋਂ ਕਿਹੜੀ ਖੇਤੀ ਪੱਧਤੀ ਨਹੀਂ ਹੈ। ਸੋ ਬੀਜ ਬੀਜਣਾ, ਸਿੰਚਾਈ, ਭੰਡਾਰਨ, ਢੋਆ ਢੁਆਈ। ਸੋ ਪਿਆਰੇ ਬੱਚਿਓ, ਖੇਤੀ ਨਾਲ ਸੰਬੰਧਿਤ ਬੀਜ ਬੀਜਣਾ ਹੈ ਕਿਉਂਕਿ ਬੀਜ ਬੀਜਦੇ ਹਾਂ ਤਾਂ ਹੀ ਤਾਂ ਸਾਡੀ ਉਪਜ ਹੋਏਗੀ। ਠੀਕ ਹੈ, ਸਿੰਚਾਈ ਵੀ ਲੋੜ ਪੈਂਦੀ ਹੈ। ਇੱਕ ਵਾਰ ਬੀਜ ਬੀਜ ਦਿੱਤਾ ਤਾਂ ਇੱਕ ਵਾਰੀ ਜਦੋਂ ਫਸਲ ਹੋ ਗਈ ਉਸਨੂੰ ਭੰਡਾਰਨ ਦੀ ਕਰਨ ਦੀ ਵੀ ਲੋੜ ਹੈ। ਸੋ ਇਹ ਤਿੰਨ ਤਾਂ ਖੇਤੀ ਨਾਲ ਸੰਬੰਧਿਤ ਹਨ, ਲੇਕਿਨ ਜੋ ਢੋਆ ਢੁਆਈ ਹੈ ਉਹ ਇਸ ਪੱਧਤੀ ਨਾਲ ਸੰਬੰਧਿਤ ਨਹੀਂ ਹੈ। ਠੀਕ ਹੈ, ਸੋ ਇਸ ਦਾ ਉੱਤਰ ਹੋਏਗਾ ਢੋਆ ਢੁਆਈ। ਨੈਕਸਟ ਹੈ ਸਾਡੇ ਕੋਲ ਆਸ਼ਾ ਦੇ ਚਾਚਾ ਜੀ ਅੱਜ ਖੇਤ ਵਿੱਚ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਪੱਧਰਾ ਕਰ ਰਹੇ ਹਨ। ਇਸ ਕੰਮ ਲਈ ਇੱਕ ਖਾਸ ਔਜ਼ਾਰ ਦੀ ਵਰਤੋਂ ਕਰ ਰਹੇ ਹਨ। ਇਸ ਔਜ਼ਾਰ ਨੂੰ ਕੀ ਕਿਹਾ ਜਾਂਦਾ ਹੈ। ਸੋ ਪਿਆਰੇ ਬੱਚਿਓ, ਇਸ ਔਜ਼ਾਰ ਨੂੰ ਕਿਹਾ ਜਾਂਦਾ ਹੈ ਸੁਹਾਗਾ। ਸੁਹਾਗੇ ਦੇ ਨਾਲ ਮਿੱਟੀ ਨੂੰ ਪੱਧਰਾ ਕੀਤਾ ਜਾਂਦਾ ਹੈ। ਸੋ ਉੱਤਰ ਹੋਏਗਾ ਸੁਹਾਗਾ। ਅਗਲਾ ਪ੍ਰਸ਼ਨ, ਕੱਟੀ ਹੋਈ ਫਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਨੂੰ ਕੀ ਕਿਹਾ ਜਾਂਦਾ ਹੈ। ਤਾਂ ਪਿਆਰੇ ਬੱਚਿਓ, ਇਸ ਨੂੰ ਕਿਹਾ ਜਾਂਦਾ ਹੈ ਗਹਾਈ। ਸੋ ਕੱਟੀ ਹੋਈ ਫਸਲ ਤੋਂ ਦਾਣੇ ਵੱਖ ਕਰਨਾ ਗਹਾਈ। ਹਰਮਨ ਨੇ ਖੇਤ ਵਿੱਚ ਹਲ ਵਾਹੁਣ ਸਮੇਂ ਦੇਖਿਆ ਕਿ ਮਿੱਟੀ ਬਹੁਤ ਖੁਸ਼ਕ ਸੀ। ਤੁਹਾਡੇ ਅਨੁਸਾਰ ਪਹਿਲਾਂ ਉਸ ਨੂੰ ਕੀ ਕਰਨ ਦੀ ਲੋੜ ਸੀ। ਸੋ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਉਸਨੇ ਮਿੱਟੀ ਨੂੰ ਪੋਲਾ ਕਰਨਾ ਸੀ, ਇਸ ਕਰਕੇ ਉਸ ਨੂੰ ਤਾਕਤਵਰ ਹਲ ਦੀ ਲੋੜ ਸੀ। ਤਾਕਤਵਰ ਹਲ ਦੀ। ਠੀਕ ਹੈ। 8ਵਾਂ ਪ੍ਰਸ਼ਨ ਹੈ ਸਲੀਮ ਦੀ ਮਾਤਾ ਜੀ ਨੇ ਕੁਝ ਬੀਜ ਇੱਕ ਬਰਤਨ ਵਿੱਚ ਪਾ ਕੇ ਉੱਪਰੋਂ ਪਾਣੀ ਪਾ ਦਿੱਤਾ। ਕੁਝ ਦੇਰ ਬਾਅਦ ਬੀਜ ਪਾਣੀ ਉੱਪਰ ਤੈਰਨ ਲੱਗ ਪਏ। ਇਸ ਦਾ ਕੀ ਕਾਰਨ ਹੋ ਸਕਦਾ ਹੈ। ਪਿਆਰੇ ਬੱਚਿਓ, ਸਾਨੂੰ ਪਤਾ ਹੈ ਕਿ ਜੋ ਖਰਾਬ ਬੀਜ ਹੈ ਉਹ ਪਾਣੀ ਦੇ ਉੱਪਰ ਤੈਰਨ ਲੱਗ ਜਾਂਦਾ ਹੈ। ਸੋ ਉੱਤਰ ਹੋਏਗਾ ਇਸ ਦਾ ਊੜਾ। ਪ੍ਰਸ਼ਨ ਹੈ ਕਿ ਮਿੱਟੀ ਨੂੰ ਉਲਟਾਉਣ, ਪਲਟਾਉਣ ਅਤੇ ਪੋਲਾ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ। ਸੋ ਮਿੱਟੀ ਨੂੰ ਉਲਟਾਉਣਾ ਅਤੇ ਪਲਟਾਉਣਾ, ਇਸ ਨੂੰ ਕਹਿੰਦੇ ਹਨ ਹਲ ਵਾਹੁਣਾ। ਠੀਕ ਹੈ, ਤਾਂ ਜੋ ਮਿੱਟੀ ਪੋਲੀ ਹੋ ਜਾਵੇ। ਅਜਿਹਾ ਜੰਤਰ ਜੋ ਨਦੀਨ ਹਟਾਉਣ ਅਤੇ ਮਿੱਟੀ ਨੂੰ ਪੋਲਾ ਕਰਨ ਲਈ ਵਰਤਿਆ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ। ਸੋ ਉਸ ਨੂੰ ਕਿਹਾ ਜਾਂਦਾ ਹੈ ਕਰੰਡੀ। ਠੀਕ ਹੈ, ਮਿੱਟੀ ਨੂੰ ਪੋਲਾ ਕਰਨਾ ਅਤੇ ਨਦੀਨ ਹਟਾਉਣਾ। ਜੋ ਆਲਤੂ ਫਾਲਤੂ ਦੇ ਜਿਹੜੇ ਪੌਦੇ ਨਾਲ ਉਗ ਜਾਂਦੇ ਹਨ ਉਹਨਾਂ ਨੂੰ ਨਦੀਨ ਕਿਹਾ ਜਾਂਦਾ ਆ। ਠੀਕ ਹੈ, ਜੋ ਬੇਲੋੜੇ ਪੌਦੇ ਹਨ ਤਾਂ ਉਸ ਨੂੰ ਹਟਾਉਣ ਵਾਸਤੇ ਕਰੰਡੀ ਦੀ ਵਰਤੋਂ ਕੀਤੀ ਜਾਂਦੀ ਹੈ। 11ਵਾਂ ਪ੍ਰਸ਼ਨ ਹੈ ਕਿ ਕੁਲਵਿੰਦਰ ਕੌਰ ਨੇ ਆਪਣੀ ਮਾਤਾ ਜੀ ਨੂੰ ਕਣਕ ਨਾਲ ਭਰੇ ਧਾਤ ਦੇ ਬਰਤਨ ਵਿੱਚ ਨਿੰਮ ਦੇ ਸੁੱਕੇ ਪੱਤੇ ਪਾਉਂਦੇ ਵੇਖਿਆ। ਕੁਲਵਿੰਦਰ ਕੌਰ ਦੀ ਮਾਤਾ ਜੀ ਨੇ ਅਜਿਹਾ ਕਿਉਂ ਕੀਤਾ। ਸੋ ਪਿਆਰੇ ਬੱਚਿਓ, ਕੁਲਵਿੰਦਰ ਕੌਰ ਦੀ ਜੋ ਮਾਤਾ ਜੀ ਹੈ ਉਸਨੇ ਕਿਉਂ ਕੀਤਾ ਹੋਏਗਾ ਇਹ। ਉਸਨੇ ਇਸ ਕਰਕੇ ਕੀਤਾ ਤਾਂ ਜੋ ਕਣਕ ਜਿਹੜੀ ਹੈ ਸੂਖਮ ਜੀਵਾਂ ਤੋਂ ਸੁਰੱਖਿਅਤ ਰਹੇ, ਸੂਖਮ ਜੀਵਾਂ ਤੋਂ ਬਚਾ ਕੇ ਰੱਖਣ ਵਾਸਤੇ। ਸੋ ਇਸ ਦਾ ਉੱਤਰ ਹੋਏਗਾ 11ਵੇਂ ਦਾ ਈੜੀ। ਖੇਤੀਬਾੜੀ ਮਾਹਰ ਨੇ ਸਾਡੇ ਪਿੰਡ ਦੇ ਕਿਸਾਨ ਨੂੰ ਆਪਣੇ ਖੇਤ ਵਿੱਚ ਫਲੀਦਾਰ ਫਸਲ ਉਗਾਉਣ ਦੀ ਸਲਾਹ ਦਿੱਤੀ ਜੋ ਮਿੱਟੀ ਵਿੱਚ ਕਿਸੇ ਖਾਸ ਤੱਤ ਦੀ ਪੂਰਤੀ ਹੋ ਸਕੇ। ਇਹ ਖਾਸ ਤੱਤ ਕਿਹੜਾ ਹੋ ਸਕਦਾ ਹੈ। ਇਹ ਖਾਸ ਤੱਤ ਹੈ ਨਾਈਟ੍ਰੋਜਨ। ਨਾਈਟ੍ਰੋਜਨ। ਪਿਆਰੇ ਬੱਚਿਓ, ਸਾਨੂੰ ਪਤਾ ਹੈ ਨਾ ਕਿ ਜੋ ਨਾਈਟ੍ਰੋਫਿਕੇਸ਼ਨ ਹੈ ਉਹ ਕਿਵੇਂ ਹੁੰਦਾ ਹੈ। ਫਲੀਦਾਰ ਜਿਹੜੇ ਬੂਟੇ ਹੁੰਦੇ ਹਨ ਉਹਨਾਂ ਦੀ ਜੜ੍ਹਾਂ ਦੇ ਵਿੱਚ ਜਿਹੜੇ ਉਹਨਾਂ ਦੇ ਵਿੱਚ ਗੰਢਾਂ ਹੁੰਦੀਆਂ ਹਨ, ਉਹ ਗੰਢਾਂ ਦੇ ਵਿੱਚ ਕੀ ਹੁੰਦੇ ਹਨ, ਜੀਵਾਣੂ ਹੁੰਦੇ ਹਨ ਜਿਹਨੂੰ ਅਸੀਂ ਕਹਿੰਦੇ ਹਾਂ ਰਾਈਬੋਜ਼ੀਅਮ। ਠੀਕ ਹੈ, ਸੋ ਉਹ ਨਾਈਟ੍ਰੋਜਨ ਦਾ ਸਥਿਰੀਕਰਨ ਕਰਨ ਵਿੱਚ ਮਦਦ ਕਰਦੇ ਹਨ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਰਾਹੁਲ ਦੇ ਰਿਸ਼ਤੇਦਾਰ ਰਾਜਸਥਾਨ ਵਿੱਚ ਰਹਿੰਦੇ ਹਨ।
ਜਿੱਥੇ ਵਰਖਾ ਬਹੁਤ ਘੱਟ ਹੁੰਦੀ ਹੈ। ਰਾਹੁਲ ਦੇ ਰਿਸ਼ਤੇਦਾਰ ਨੂੰ ਸਿੰਚਾਈ ਦਾ ਕਿਹੜਾ ਆਧੁਨਿਕ ਢੰਗ ਵਰਤਣਾ ਚਾਹੀਦਾ ਹੈ? ਕਿਉਂਕਿ ਮੇਰੇ ਵਿੱਚੋਂ ਵਰਸ਼ਾ ਘੱਟ ਹੁੰਦੀ ਹੈ, ਇੱਥੇ ਵਰਖਾ ਘੱਟ ਹੋਣ ਕਰਕੇ ਉੱਥੇ ਪਾਣੀ ਦੀ ਜਿਹੜੀ ਬਰਬਾਦੀ ਨਹੀਂ ਹੋਣੀ ਚਾਹੀਦੀ, ਪਾਣੀ ਦਾ ਸਹੀ ਤਰੀਕੇ ਨਾਲ ਉਪਯੋਗ ਹੋਣਾ ਚਾਹੀਦਾ ਹੈ। ਇਸ ਲਈ ਉੱਥੇ ਫੁਹਾਰਾ ਪ੍ਰਣਾਲੀ ਅਤੇ ਤੁਪਕਾ ਪ੍ਰਣਾਲੀ ਦੋਨੋਂ ਹੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੋ ਉੱਤਰ ਹੋਏਗਾ ਈਡੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਗੁਰਮੀਤ ਨੇ ਆਪਣੇ ਪਿਤਾ ਜੀ ਨੂੰ ਖੇਤ ਵਿੱਚ ਬੇਲੋੜੇ ਅਤੇ ਅਣਬੀਜੇ ਪੌਦਿਆਂ ਨੂੰ ਬਾਹਰ ਕੱਢਦੇ ਹੋਏ ਦੇਖਿਆ। ਸੋ ਇਹ ਬੇਲੋੜੇ ਪੌਦਿਆਂ ਨੂੰ ਕੀ ਕਹਿੰਦੇ ਹਨ? ਇਹਨਾਂ ਬੇਲੋੜੇ ਪੌਦਿਆਂ ਨੂੰ ਕਹਿੰਦੇ ਹਨ ਨਦੀਨ, ਜਿਨ੍ਹਾਂ ਨੂੰ ਨਦੀਨ ਨਾਸ਼ਕ ਦੇ ਨਾਲ ਹਟਾਇਆ ਜਾ ਸਕਦਾ ਹੈ। ਕਰੰਡੀ ਦੇ ਨਾਲ ਵੀ ਇਸ ਨੂੰ ਹਟਾਇਆ ਜਾ ਸਕਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਰਸਾਇਣਿਕ ਖਾਦਾਂ ਲਈ ਸਹੀ ਨਹੀਂ ਹੈ? ਸੋ ਰਸਾਇਣਿਕ ਖਾਦਾਂ ਕਾਰਬਨਿਕ ਪਦਾਰਥਾਂ ਦੀਆਂ ਬਣੀਆਂ ਹੁੰਦੀਆਂ ਹਨ। ਇਹ ਕਥਨ ਬਿਲਕੁਲ ਗਲਤ ਹੈ। ਠੀਕ ਹੈ, ਰਸਾਇਣਿਕ ਖਾਦਾਂ ਕਿਹੜੀਆਂ ਹੁੰਦੀਆਂ ਹਨ? ਉਹ ਖਾਦਾਂ ਜੋ ਮਨੁੱਖ ਦੁਆਰਾ ਆਪ ਤਿਆਰ ਕੀਤੀਆਂ ਜਾਂਦੀਆਂ ਹਨ। ਠੀਕ ਹੈ ਜੀ, ਜਿਸ ਵਿੱਚ ਖਾਸ ਤੌਰ 'ਤੇ ਕੋਈ ਖਾਸ ਤੱਤ ਜਿਹੜਾ ਹੈਗਾ ਆ ਉਹਦੀ ਬਹੁਤਾਤ ਹੁੰਦੀ ਹੈ। ਠੀਕ ਹੈ, ਜਿੱਦਾਂ NPK, ਠੀਕ ਹੈ, ਨਾਈਟ੍ਰੋਜਨ, ਫੋਸਫੋਰਸ ਅਤੇ ਪੋਟਾਸ਼ੀਅਮ, NPK, ਇਹ ਕੀ ਨੇ? ਰਸਾਇਣਿਕ ਖਾਦ ਹੈ ਇਹ। ਇਸ ਕਰਕੇ ਉੱਤਰ ਹੋਏਗਾ ਊੜਾ। ਪ੍ਰਸ਼ਨ 16 ਹੈ ਕਿ 2,4-D ਇੱਕ ਡੈਸ਼ ਦੀ ਕਿਸਮ ਹੈ। 2,4-D ਇੱਕ ਨਦੀਨ ਨਾਸ਼ਕ ਦੀ ਕਿਸਮ ਹੈ। ਸੋ ਉੱਥੇ ਉੱਤਰ ਹੋਏਗਾ ਨਦੀਨ ਨਾਸ਼ਕ। ਠੀਕ ਹੈ, ਜਿਹੜੇ ਬੇਲੋੜੇ ਪੌਦੇ ਫਸਲ ਦੇ ਨਾਲ ਉਗ ਜਾਂਦੇ ਹਨ ਉਹਨਾਂ ਨੂੰ ਖਤਮ ਕਰਨ ਵਾਸਤੇ ਨਦੀਨ ਨਾਸ਼ਕ ਹੁੰਦਾ ਹੈ ਇਹ। ਸਿੰਚਾਈ ਦੀ ਕੀ ਮਹੱਤਤਾ ਹੈ? ਸਿੰਚਾਈ ਦੀ ਮਹੱਤਤਾ ਬੀਜ ਦਾ ਪੁੰਗਰਨਾ ਸੰਭਵ ਕਰਨਾ, ਪਾਣੀ ਵਿੱਚ ਘੁਲੇ ਪੋਸ਼ਕ ਤੱਤਾਂ ਨੂੰ ਪੌਦੇ ਦੇ ਹਰ ਇੱਕ ਅੰਗ ਤੱਕ ਪਹੁੰਚਾਉਣਾ। ਸੋ ਇਸ ਦਾ ਪਿਆਰੇ ਵਿੱਚੋਂ ਉੱਤਰ ਹੋਏਗਾ ਫਸਲ ਨੂੰ ਠੰਡੀਆਂ ਅਤੇ ਗਰਮ ਹਵਾਵਾਂ ਸਮੇਂ ਬਚਾ ਕੇ ਰੱਖਣਾ। ਉਪਰੋਕਤ ਸਾਰੇ ਤਾਂ ਪਿਆਰੇ ਵਿੱਚੋਂ ਇਹ ਸਾਰੇ ਜਿਹੜੇ ਹੈਗੇ ਆ ਇਹਨਾਂ ਦੇ ਜੋ ਆਪਸ਼ਨਸ ਨੇ ਇਹ ਠੀਕ ਹਨ। ਸੋ ਇਹਦਾ ਉੱਤਰ ਹੋਏਗਾ ਉਪਰੋਕਤ ਸਾਰੇ। ਠੀਕ ਹੈ, ਕਿ ਬੀਜ ਦੇ ਪੁੰਗਰਨ ਤਾਂ ਕਿ ਸੰਭਵ ਹੋ ਸਕੇ ਮੋਇਸਚਰ ਕਰਕੇ, ਉਸ ਤੋਂ ਬਾਅਦ ਪਾਣੀ ਵਿੱਚ ਘੁਲੇ ਹੋਏ ਪੋਸ਼ਕ ਤੱਤਾਂ ਨੂੰ ਪੌਦੇ ਦੇ ਹਰ ਇੱਕ ਅੰਗ ਤੱਕ ਪਹੁੰਚਾਉਣਾ ਹੈ। ਫਸਲ ਨੂੰ ਠੰਡੀਆਂ ਅਤੇ ਗਰਮ ਹਵਾ ਸਮੇਂ ਵੀ ਬਚਾ ਕੇ ਰੱਖਣਾ ਹੈ। ਇਹ ਸਾਰੇ ਹੋ ਗਏ ਵਿੱਚੋਂ। ਅੱਗੇ ਪ੍ਰਸ਼ਨ ਹੈ ਆਪਣੇ ਕੋਲ, ਮਿੱਟੀ ਦੀ ਉਪਜਾਊ ਸ਼ਕਤੀ ਕੁਦਰਤੀ ਤੌਰ 'ਤੇ ਬਣਾਈ ਰੱਖਣ ਲਈ ਕਿਹੜਾ ਤਰੀਕਾ ਜ਼ਿਆਦਾ ਕਾਰਗਰ ਹੋ ਸਕਦਾ ਹੈ? ਰਸਾਇਣਿਕ ਖਾਦਾਂ ਦਾ ਪ੍ਰਯੋਗ, ਫਸਲੀ ਚੱਕਰ, ਤੁਪਕਾ ਪ੍ਰਣਾਲੀ ਰਾਹੀਂ ਸਿੰਚਾਈ, ਉਪਰੋਕਤ ਕੋਈ ਨਹੀਂ। ਸੋ ਪਿਆਰੇ ਬੱਚਿਓ ਇਹਦਾ ਉੱਤਰ ਹੋਏਗਾ ਫਸਲੀ ਚੱਕਰ। ਠੀਕ ਹੈ, ਬਦਲ ਕੇ ਫਸਲ ਜਿਹੜੀ ਹੈਗੀ ਆ ਉਹ ਬੀਜਣੀ। ਰਾਈਟ, ਇਸ ਕਰਕੇ ਫਸਲੀ ਚੱਕਰ ਜਿਹੜਾ ਹੈ ਉੱਤਰ ਦਾ ਸਹੀ ਹੈ ਉੱਤਰ। ਅੱਗੇ ਹੈ ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਨਾਲ ਕੀ ਹੁੰਦਾ ਹੈ? ਫਸਲ ਦੀ ਜ਼ਿਆਦਾ ਪੈਦਾਵਾਰ, ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਘਾਟਾ, ਪਾਣੀ ਦਾ ਪ੍ਰਦੂਸ਼ਣ ਤੇ 2 ਅਤੇ 3 ਦੋਵੇਂ। ਸੋ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਤਾਂ ਘਾਟਾ ਹੁੰਦਾ ਹੀ ਹੈ ਤੇ ਪਾਣੀ ਦਾ ਪ੍ਰਦੂਸ਼ਣ ਵੀ ਹੁੰਦਾ ਹੈ। ਕੈਮੀਕਲਸ ਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ। ਠੀਕ ਹੈ, ਰਸਾਇਣਾਂ ਦੇ ਨਾਲ। ਸੋ ਪਾਣੀ ਦਾ ਪ੍ਰਦੂਸ਼ਣ ਵੀ ਹੋ ਜਾਂਦਾ ਹੈ। ਇਸ ਕਰਕੇ ਉੱਤਰ ਸੱਸਾ ਠੀਕ ਹੋਏਗਾ ਆਪਣੇ ਕੋਲ। ਹੇਠ ਲਿਖੇ ਪਦਾਰਥਾਂ ਵਿੱਚੋਂ ਕਿਸ ਵਿੱਚ ਵਿਸ਼ੇਸ਼ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ? ਦੇਸੀ ਖਾਦ, ਵਰਮੀ ਕੰਪੋਸਟ, ਰਸਾਇਣਿਕ ਖਾਦ, ਉਪਰੋਕਤ ਸਾਰੇ। ਸੋ ਪਿਆਰੇ ਬੱਚਿਓ ਵਿਸ਼ੇਸ਼ ਪੋਸ਼ਕ ਤੱਤ ਦੀ ਗੱਲ ਹੋ ਰਹੀ ਹੈ ਇੱਥੇ। ਠੀਕ ਹੈ, ਜੋ ਸਾਨੂੰ ਖਾਸ ਸਾਡੀ ਜ਼ਰੂਰਤ ਮੁਤਾਬਕ ਸਾਨੂੰ ਚਾਹੀਦਾ ਹੀ ਆ ਪੋਸ਼ਕ ਤੱਤ, ਤਾਂ ਉਹ ਤਾਂ ਉਦੋਂ ਹੀ ਹੋ ਸਕਦੇ ਜੇ ਅਸੀਂ ਆਪ ਤਿਆਰ ਕਰ ਸਕੀਏ ਉਸਨੂੰ। ਔਰ ਆਪ ਕਿਵੇਂ ਤਿਆਰ ਹੋਏਗਾ? ਉਹ ਹੋਣਗੇ ਰਸਾਇਣਿਕ ਖਾਦਾਂ। ਰਸਾਇਣਿਕ ਖਾਦਾਂ ਜਿਹੜੀਆਂ ਹੈਗੀਆਂ ਮਨੁੱਖ ਦੁਆਰਾ ਆਪ ਤਿਆਰ ਕੀਤੀਆਂ ਜਾਂਦੀਆਂ ਹਨ। ਸੋ ਇਹ ਉੱਤਰ ਹੋਏਗਾ ਇਸ ਦਾ ਈੜੀ, ਰਸਾਇਣਿਕ ਖਾਦਾਂ। ਅਧਿਆਇ 2 ਸੂਖਮ ਜੀਵ, ਮਿੱਤਰ ਅਤੇ ਦੁਸ਼ਮਣ। ਸੋ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਕਿ ਅੱਜ ਪਹਿਲੀ ਨੇ ਵਿਗਿਆਨ ਵਿਸ਼ੇ ਦੇ ਅਧਿਆਪਕ ਜਮਾਤ ਵਿੱਚ ਆਪਣੇ ਨਾਲ ਇੱਕ ਜੰਤਰ ਲੈ ਕੇ ਆਉਂਦੇ ਹਨ। ਉਹ ਵਿਦਿਆਰਥੀਆਂ ਨੂੰ ਦੱਸਦੇ ਹਨ ਕਿ ਇਸ ਨਾਲ ਸੂਖਮ ਵਸਤੂਆਂ ਨੂੰ ਵੱਡਾ ਕਰਕੇ ਸਪਸ਼ਟ ਵੇਖਿਆ ਜਾ ਸਕਦਾ ਹੈ। ਪਹਿਲੀ ਜਾਣਨਾ ਚਾਹੁੰਦੀ ਹੈ ਕਿ ਇਸ ਜੰਤਰ ਦਾ ਕੀ ਨਾਂ ਹੈ। ਸਹੀ ਉੱਤਰ ਚੁਣ ਕੇ ਪਹਿਲੀ ਦੀ ਮਦਦ ਕਰੋ। ਸੋ ਪਿਆਰੇ ਬੱਚਿਓ ਸਾਨੂੰ ਪਤਾ ਹੈ ਕਿ ਜੋ ਮਾਈਕਰੋ ਆਰਗੈਨਿਜ਼ਮ ਹੁੰਦੇ ਹਨ, ਸੂਖਮ ਜੀਵ ਹੁੰਦੇ ਹਨ, ਉਹਨਾਂ ਨੂੰ ਅਸੀਂ ਕਿਹਦੇ ਨਾਲ ਦੇਖ ਸਕਦੇ ਹਾਂ? ਉਹਨਾਂ ਨੂੰ ਅਸੀਂ ਦੇਖ ਸਕਦੇ ਹਾਂ ਮਾਈਕਰੋਸਕੋਪ ਰਾਹੀਂ। ਰਾਈਟ, ਨੈਕਸਟ ਹੈ ਸਾਡੇ ਕੋਲ, ਰੀਨਾ ਜਾਣਨਾ ਚਾਹੁੰਦੀ ਹੈ ਕਿ ਸੂਖਮ ਜੀਵ ਸਾਡੇ ਮਿੱਤਰ ਹਨ ਜਾਂ ਕਿ ਦੁਸ਼ਮਣ। ਸਹੀ ਉੱਤਰ ਚੁਣਨ ਵਿੱਚ ਉਸ ਦੀ ਮਦਦ ਕਰੋ। ਸੋ ਪਿਆਰੇ ਬੱਚਿਓ ਸਾਡੇ ਕੋਲ ਜੋ ਆਪਸ਼ਨਸ ਹਨ, ਮਿੱਤਰ ਅਤੇ ਦੁਸ਼ਮਣ ਦੋਵੇਂ, ਦੁਸ਼ਮਣ ਨਾ ਹੀ ਮਿੱਤਰ ਅਤੇ ਨਾ ਹੀ ਦੁਸ਼ਮਣ। ਸੋ ਪਿਆਰੇ ਬੱਚਿਓ ਪਾਠ ਦਾ ਨਾਮ ਹੀ ਸੂਖਮ ਜੀਵ, ਮਿੱਤਰ ਅਤੇ ਦੁਸ਼ਮਣ ਹੈ। ਇਸ ਦਾ ਮਤਲਬ ਇਸ ਦਾ ਜੋ ਉੱਤਰ ਹੋਏਗਾ ਉਹ ਐੜਾ ਹੀ ਹੋਏਗਾ।
ਸੋ ਇਸ ਨੂੰ ਆਪਾਂ ਸੋ ਉੱਤਰ ਹੋਇਆ ਮਿੱਤਰ ਅਤੇ ਦੁਸ਼ਮਣ ਦੋਵੇਂ। ਜੋ ਦਹੀਂ ਅਸੀਂ ਖਾਂਦੇ ਹਾਂ ਉਸ ਵਿੱਚ ਬਹੁਤ ਸਾਰੇ ਜੀਵਾਣੂ ਹੁੰਦੇ ਹਨ। ਉਹ ਜੀਵਾਣੂ ਉਹ ਕਿਹੜਾ ਜੀਵਾਣੂ ਹੈ ਜੋ ਦੁੱਧ ਤੋਂ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ? ਸੋ ਪਿਆਰੇ ਬੱਚਿਓ, ਉਹ ਹੈ ਲੈਕਟੋਬੈਸਿਲਸ। ਸੋ ਤੀਜੇ ਦਾ ਐੜਾ ਉੱਤਰ ਆਏਗਾ। ਚੌਥਾ ਪ੍ਰਸ਼ਨ ਸਾਡੇ ਕੋਲ ਹੈ, ਪੈਕਟਾਂ ਵਿੱਚ ਉਪਲਬਧ ਦੁੱਧ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ, ਅਜਿਹਾ ਕਿਉਂ ਹੁੰਦਾ ਹੈ? ਸੋ ਅਜਿਹਾ ਹੁੰਦਾ ਹੈ ਪਾਸਚਰੀਕ੍ਰਿਤ ਹੋਣ ਕਾਰਨ। ਪਾਸਚਰਾਈਜ਼ਡ ਮਿਲਕ ਹੁੰਦਾ ਆ, ਠੀਕ ਹੈ। ਪਾਸਚਰਾਈਜ਼ਡ ਮਿਲਕ ਕੀ ਹੁੰਦਾ ਆ ਕਿ ਦੁੱਧ ਨੂੰ 70 ਡਿਗਰੀ ਤੇ ਗਰਮ ਕਰਕੇ ਇੱਕਦਮ ਉਹਨੂੰ ਠੰਡਾ ਕਰ ਦਿੱਤਾ ਜਾਂਦਾ ਹੈ, ਠੀਕ ਹੈ ਜੀ। ਉਸ ਨੂੰ ਪਾਸਚਰਾਈਜ਼ੇਸ਼ਨ ਕਹਿੰਦੇ ਹਨ, ਠੀਕ ਹੈ, ਪਾਸਚਰੀਕ੍ਰਿਤ। ਅਗਲਾ ਪ੍ਰਸ਼ਨ ਸਾਡੇ ਕੋਲ ਹੈ, ਖਮੀਰ ਦੀ ਵਰਤੋਂ ਹੇਠ ਲਿਖਿਆਂ ਵਿੱਚੋਂ ਕਿਸ ਦੀ ਤਿਆਰੀ ਲਈ ਕੀਤੀ ਜਾਂਦੀ ਹੈ? ਸੋ ਖਮੀਰ ਦੀ ਵਰਤੋਂ ਤਿਆਰੀ ਕਿਹਦੀ ਕੀਤੀ ਜਾਂਦੀ ਹੈ? ਉਹਦੇ ਨਾਲ ਸ਼ਰਾਬ ਦੀ। ਉੱਤਰ ਹੋਏਗਾ ਸ਼ਰਾਬ। ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਤੀਜੈਵਿਕ ਦਵਾਈ ਹੈ? ਪ੍ਰਤੀਜੈਵਿਕ ਐਂਟੀਬਾਇਓਟਿਕ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆਪਾਂ। ਸੋ ਉਸ ਦਾ ਉੱਤਰ ਹੈ ਸਟ੍ਰੈਪਟੋਮਾਈਸਿਨ। ਸਟ੍ਰੈਪਟੋਮਾਈਸਿਨ। ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜ਼ੋਆ ਦਾ ਵਾਹਕ ਕੌਣ ਹੁੰਦਾ ਆ? ਸੋ ਇਹ ਹੁੰਦੀ ਹੈ ਮਾਦਾ ਐਨਫਲੀਜ਼ ਮੱਛਰ। ਅੱਗੇ ਪ੍ਰਸ਼ਨ ਹੈ ਕਿ ਹੇਠ ਲਿਖਿਆਂ ਵਿੱਚੋਂ ਛੂਤ ਦੇ ਰੋਗਾਂ ਦਾ ਆਮ ਵਾਹਕ ਕਿਹੜਾ ਹੈ? ਕੀੜੀ, ਘਰੇਲੂ ਮੱਖੀ, ਪਤੰਗਾ, ਮੱਕੜੀ। ਸੋ ਇਸ ਦਾ ਉੱਤਰ ਹੋਏਗਾ ਘਰੇਲੂ ਮੱਖੀ। ਘਰੇਲੂ ਮੱਖੀ। ਸੰਜੀਵ ਦੇ ਮਾਤਾ ਜੀ ਭਟੂਰੇ ਬਣਾਉਣ ਦੀ ਤਿਆਰੀ ਕਰ ਰਹੇ ਹਨ। ਉਹਨਾਂ ਨੇ ਮੈਦੇ ਵਿੱਚ ਥੋੜ੍ਹਾ ਜਿਹਾ ਖਮੀਰ ਪਾਊਡਰ ਮਿਲਾ ਕੇ ਉਸਨੂੰ ਕਿਸੇ ਪਾਣੀ ਨਾਲ ਗੁੰਨ ਲਿਆ ਹੈ। ਗੁੰਨਿਆ ਹੋਇਆ ਮੈਦਾ ਕੁਝ ਦੇਰ ਬਾਅਦ ਫੁੱਲ ਗਿਆ, ਇਸ ਦਾ ਕੀ ਕਾਰਨ ਹੈ? ਸੋ ਇਸ ਦਾ ਕਾਰਨ ਹੈ ਖਮੀਰ ਸੈੱਲਾਂ ਦਾ ਵਾਧਾ। ਖਮੀਰ ਸੈੱਲਾਂ ਦਾ ਵਾਧਾ ਉੱਤਰ ਲਿਖੂਗੇ ਅਸੀਂ। ਖਮੀਰ ਸੈੱਲ ਵੱਧ ਗਏ ਨੇ, ਠੀਕ ਹੈ ਜੀ, ਜਿਹਦੇ ਕਰਕੇ ਜਿਹੜਾ ਭਟੂਰਾ ਹੈ ਫੁੱਲਣ ਲੱਗ ਪੈਂਦਾ ਬਾਅਦ 'ਚ, ਠੀਕ ਹੈ। ਸੋ ਨੈਕਸਟ ਕੁਐਸਚਨ ਸਾਡੇ ਕੋਲ ਹੈ, ਖੰਡ ਦੇ ਅਲਕੋਹਲ ਵਿੱਚ ਬਦਲਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ? ਸੋ ਖੰਡ ਦੇ ਅਲਕੋਹਲ ਯਾਨੀ ਸ਼ਰਾਬ ਵਿੱਚ ਬਦਲਣ ਦੀ ਕਿਰਿਆ ਨੂੰ ਕਹਿੰਦੇ ਹਨ ਖਮੀਰਨ ਕਿਰਿਆ। ਕੀ ਕਹਿੰਦੇ ਹਨ? ਖਮੀਰਨ ਕਿਰਿਆ। ਕਾਲਮ ਊੜਾ ਵਿਚਲੇ ਜੀਵ ਅਤੇ ਕਾਲਮ ਐੜਾ ਵਿਚਲੀ ਕਿਰਿਆ ਦਾ ਸਹੀ ਮਿਲਾਨ ਕਰੋ। ਸੋ ਪਿਆਰੇ ਬੱਚਿਓ, ਸਾਨੂੰ ਪਤਾ ਹੈ ਕਿ ਜੋ ਹੁਣੇ ਆਪਾਂ ਗੱਲ ਕਰਕੇ ਹਟੇ ਹਾਂ ਰਾਈਜ਼ੋਬੀਅਮ ਬਾਰੇ, ਠੀਕ ਹੈ, ਜੋ ਕਿ ਫਲੀਦਾਰ ਪੌਦਿਆਂ ਦੀ ਗੰਢਾਂ ਦੇ ਜੜ੍ਹਾਂ ਦੀ ਗੰਢਾਂ ਵਿੱਚ ਪਾਏ ਜਾਂਦੇ ਹਨ, ਠੀਕ ਹੈ ਜੀ। ਅਤੇ ਉਹ ਕੀ ਕਰਦੇ ਹਨ? ਨਾਈਟ੍ਰੋਜਨ ਦਾ ਸਥਿਰੀਕਰਨ। ਪਹਿਲਾਂ ਤੁਸੀਂ ਇਹਨੂੰ ਮਿਲਾ ਦਿਓ ਜੀ ਆਪਸ 'ਚ। ਉਸ ਤੋਂ ਬਾਅਦ ਵਿਸ਼ਾਣੂ ਸਾਨੂੰ ਪਤਾ ਹੈ ਕਿ ਏਡਸ ਫੈਲਣ ਦਾ ਕਾਰਨ ਹੈ। ਪ੍ਰੋਟੋਜ਼ੋਆ ਮਲੇਰੀਆ ਫੈਲਣ ਦਾ ਕਾਰਨ ਹੈ, ਠੀਕ ਹੈ। ਹੈਜਾ ਕਿਸ ਨਾਲ ਫੈਲਦਾ ਹੈ? ਜੀਵਾਣੂ ਦੁਆਰਾ। ਸੋ ਇਹਦਾ ਉੱਤਰ ਹੋਏਗਾ ਹੈਜੇ ਦਾ, ਜੀਵਾਣੂ। ਪ੍ਰਸ਼ਨ ਹੈ ਕਿ ਰਾਹੁਲ ਛੱਪੜ ਦੇ ਪਾਣੀ ਦੀਆਂ ਕੁਝ ਬੂੰਦਾਂ ਨੂੰ ਕੱਚ ਦੀ ਸਲਾਈਡ ਉੱਤੇ ਫੈਲਾ ਕੇ ਸੂਖਮਦਰਸ਼ੀ ਵਿੱਚੋਂ ਵੇਖਣ ਦੀ ਤਿਆਰੀ ਕਰ ਰਿਹਾ ਹੈ। ਤੁਹਾਡੀ ਜਾਣਕਾਰੀ ਅਨੁਸਾਰ ਉਸ ਨੂੰ ਕਿਹੜੇ ਸੂਖਮ ਜੀਵ ਵਿਖਾਈ ਦੇ ਸਕਦੇ ਹਨ? ਉਹਨੇ ਛੱਪੜ 'ਚੋਂ ਪਾਣੀ ਲਿਆ ਅਤੇ ਉਸ ਨੂੰ ਕੱਚ ਦੀ ਸਲਾਈਡ ਦੇ ਉੱਪਰ ਰੱਖਿਆ ਆ, ਸੂਖਮਦਰਸ਼ੀ ਵਿੱਚ ਉਸ ਨੂੰ ਦੇਖਦਾ ਪਿਆ ਆ, ਉਹਦੀ ਤਿਆਰੀ ਕਰ ਰਿਹਾ, ਤਾਂ ਉਹਦੇ 'ਚ ਕੀ ਉਹਨੂੰ ਨਜ਼ਰ ਆ ਸਕਦੇ ਹਨ? ਸੋ ਪਿਆਰੇ ਬੱਚੇ, ਉਸ ਨੂੰ ਅਮੀਬਾ, ਪੈਰਾਮੀਸ਼ੀਅਮ, ਸਪਾਇਰੋ ਵਗੈਰਾ ਇਹ ਸਾਰੇ ਨਜ਼ਰ ਆ ਸਕਦੇ ਹਨ, ਠੀਕ ਹੈ ਜੀ। ਸੋ ਉੱਤਰ ਹੋਏਗਾ ਸਾਰੇ। 12ਵੇਂ ਦਾ ਉੱਤਰ ਕੀ ਹੋਏਗਾ? ਸਾਰੇ। ਇਹ ਸਾਰੇ। ਅੱਗੇ ਹੈ, ਅਸੀਂ ਆਪਣੇ ਘਰਾਂ ਵਿੱਚ ਭੋਜਨ ਪਦਾਰਥਾਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਕਿਵੇਂ ਰੱਖ ਸਕਦੇ ਹਾਂ? ਹਾਂਜੀ, ਦੇਖੋ ਅਚਾਰ ਬਣਾ ਕੇ ਦੇਖੋ ਕਾਫੀ ਚਿਰ ਤੱਕ ਜਿਹੜਾ ਹੈਗਾ ਆ, ਜਿਹੜਾ ਅੰਬ ਹੈਗਾ ਆ, ਅੰਬੀਆਂ ਉਹਨੂੰ ਆਪਾਂ ਸੇਵ ਰੱਖ ਸਕਦੇ ਨਾ, ਸੁਰੱਖਿਅਤ ਰੱਖ ਸਕਦੇ ਹਾਂ। ਮੁਰੱਬਾ ਬਣਾ ਕੇ, ਭੋਜਨ ਪਦਾਰਥਾਂ ਨੂੰ ਫਰਿੱਜ ਵਿੱਚ ਰੱਖ ਕੇ, ਸਾਰੇ ਹੀ ਸਹੀ ਹੈ ਢੰਗ। ਉੱਤਰ ਹੋਏਗਾ ਇਹ ਸਾਰੇ ਢੰਗ। ਅਗਲਾ ਪ੍ਰਸ਼ਨ ਸਾਡੇ ਕੋਲ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਸੂਖਮ ਜੀਵ ਆਪਣੇ ਮੇਜ਼ਬਾਨ ਜੀਵ ਦੇ ਸੈੱਲਾਂ ਅੰਦਰ ਪਹੁੰਚ ਕੇ ਜਣਨ ਕਿਰਿਆ ਕਰਦਾ ਹੈ? ਸੋ ਪਿਆਰੇ ਬੱਚਿਓ, ਦੇਖੋ ਵਿਸ਼ਾਣੂ ਤਾਂ ਹੀ ਇਸ ਨੂੰ ਆਪਾਂ ਕਹਿੰਦੇ ਹਾਂ, ਨਾ ਤਾਂ ਇਹ ਸਜੀਵ ਹੈ ਨਾ ਹੀ ਨਿਰਜੀਵ ਹੈ, ਲੇਕਿਨ ਇਹ ਸਜੀਵ ਅਤੇ ਨਿਰਜੀਵ ਦੋਨੋਂ ਹੈ, ਦੋਨੋਂ ਹੀ ਆਪਾਂ ਪਾਸੇ ਵੀ ਚੱਲਦੇ ਹਾਂ ਇਸ ਨੂੰ। ਕਿਉਂਕਿ ਇਹ ਜਦੋਂ ਤਾਂ ਇਸ ਨੂੰ ਕੋਈ ਨਾ ਕੋਈ ਜੀਵਾਣੂ ਦਾ ਆਸਰਾ ਮਿਲ ਜਾਂਦਾ ਹੈ, ਠੀਕ ਹੈ,
ਫਿਰ ਇਹ ਜਨਨ ਕਿਰਿਆ ਸਟਾਰਟ ਕਰ ਦਿੰਦਾ, ਫਿਰ ਇਹ ਜੀਵਤ ਵਿੱਚ ਆ ਜਾਂਦਾ ਆ। ਸੋ ਉੱਤਰ ਹੋਏਗਾ ਵਿਸ਼ਾਣੂ। ਚੇਚਕ ਦੀ ਰੋਕਥਾਮ ਲਈ ਟੀਕੇ ਦੀ ਖੋਜ ਕਿਸਨੇ ਕੀਤੀ ਸੀ? ਚੇਚਕ ਦੀ ਰੋਕਥਾਮ ਲਈ ਟੀਕੇ ਦੀ ਖੋਜ ਕੀਤੀ ਸੀਗੀ ਐਡਵਰਡ ਜ਼ੀਨਰ। ਐਡਵਰਡ ਜ਼ੀਨਰ। ਨੈਕਸਟ ਸਾਡੇ ਕੋਲ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਵਰਤਾਰਾ ਨਾਈਟ੍ਰੋਜਨ ਦੇ ਸਥਿਰੀਕਰਨ ਵਿੱਚ ਮਦਦ ਕਰਦਾ ਹੈ? ਸੋ ਉੱਤਰ ਹੋਏਗਾ ਨਾਈਟ੍ਰੋਜਨ ਦਾ ਸਥਿਰੀਕਰਨ ਆਕਾਸ਼ੀ ਬਿਜਲੀ। ਤਾਂ ਉੱਤਰ ਹੋਏਗਾ ਆਕਾਸ਼ੀ ਬਿਜਲੀ। ਠੀਕ ਹੈ। ਭੋਜਨ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਵਰਤੇ ਜਾਂਦੇ ਰਸਾਇਣਾਂ ਨੂੰ ਕੀ ਕਿਹਾ ਜਾਂਦਾ ਹੈ? ਪਰਿਰੱਖਿਅਕ ਕਿਹਾ ਜਾਂਦਾ। ਉਸ ਨੂੰ ਕੀ ਕਿਹਾ ਜਾਂਦਾ ਆ? ਪਰਿਰੱਖਿਅਕ। ਠੀਕ ਹੈ। ਕਣਕ ਦੀ ਕੁੰਗੀ ਕਿਸ ਸੂਖਮ ਜੀਵ ਦੇ ਕਾਰਨ ਪੈਦਾ ਹੁੰਦੀ ਹੈ? ਉੱਲੀ ਕਾਰਨ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਸੰਤੋਸ਼ ਆਪਣੇ ਟੀਵੀ ਤੇ ਇੱਕ ਇਸ਼ਤਿਹਾਰ ਵੇਖਦੀ ਹੈ ਜਿਸ ਵਿੱਚ ਇੱਕ ਖਾਸ ਦਿਨ 1 ਤੋਂ 5 ਸਾਲ ਦੇ ਹਰ ਬੱਚੇ ਨੂੰ ਹਰ ਹਾਲਤ ਵਿੱਚ ਜ਼ਿੰਦਗੀ ਦੀਆਂ 2 ਬੂੰਦਾਂ ਪਿਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਬੂੰਦਾਂ ਕਿਸ ਰੋਗ ਤੋਂ ਬੱਚੇ ਦੀ ਸੁਰੱਖਿਆ ਕਰਦੀ ਹੈ? ਪਿਆਰੇ ਬੱਚਿਓ, ਇਹ ਹੈ ਪੋਲੀਓ। ਪੋਲੀਓ ਤੋਂ ਜਿਹੜਾ ਜੋ ਕਿ ਇੱਕ ਵਾਇਰਸ ਕਰਕੇ ਫੈਲਦਾ ਹੈ ਉਸ ਦੇ ਵਿੱਚ। ਠੀਕ ਹੈ। ਕਾਰਨ ਬਣਦਾ ਵਾਇਰਸ, ਜੋ ਵਿਸ਼ਾਣੂ ਕਹਿੰਦੇ ਪੰਜਾਬੀ 'ਚ ਉਸਨੂੰ। ਸੋ ਉੱਤਰ ਹੋਏਗਾ ਪੋਲੀਓ। ਪੋਲੀਓ ਤੋਂ ਬਚਾਅ ਕਰਦੀਆਂ ਹੈ ਇਹ ਬੂੰਦਾਂ, ਜੀਵਨ ਦੀਆਂ 2 ਬੂੰਦਾਂ। ਅਗਲਾ ਪ੍ਰਸ਼ਨ ਹੈ, ਹੇਠਾਂ ਲਿਖਿਆਂ ਵਿੱਚੋਂ ਡੇਂਗੂ ਵਿਸ਼ਾਣੂ ਦੇ ਵਾਹਕ ਦਾ ਕੰਮ ਕੌਣ ਕਰਦਾ ਹੈ? ਸੋ ਐਡਿਸ ਅਬਾਬਾ, ਜਾਂ ਫਿਰ ਸਾਡੇ ਕੋਲ ਇੱਥੇ ਜੋ ਆਪਸ਼ਨਸ ਵੀ ਦਿੱਤਾ ਹੋਇਆ ਹੈ ਮਾਦਾ ਐਡੀਜ਼। ਇਸ ਦਾ ਉੱਤਰ ਹੋਏਗਾ ਮਾਦਾ ਐਡੀਜ਼ ਮੱਛਰ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਲਾਗ ਦਾ ਰੋਗ ਨਹੀਂ ਹੈ? ਸੋ ਫਿਰ ਬੱਚਿਓ ਜ਼ੁਕਾਮ ਸਾਨੂੰ ਪਤਾ ਹੈ ਇਹ ਲਾਗ ਦਾ ਰੋਗ ਹੈ। ਠੀਕ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਆ ਟੀਵੀ, ਇਹ ਵੀ ਜ਼ੁਕਾਮ, ਇਹ ਵੀ ਜਿਹੜਾ ਲਾਗ ਦਾ ਆ। ਚਿਕਨ ਪੌਕਸ ਵੀ ਲਾਗ ਨਾਲ ਹੁੰਦਾ ਆ। ਜਿਹੜਾ ਮਲੇਰੀਆ ਆ ਇਹ ਲਾਗ ਦਾ ਰੋਗ ਨਹੀਂ ਹੈ। ਸੋ ਉੱਤਰ ਹੋਏਗਾ ਇਸ ਦਾ ਈੜੀ। ਅਧਿਆਪਕ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੈਕੇਟ ਵਾਲੇ ਦੁੱਧ ਨੂੰ ਪਹਿਲਾਂ 70 ਡਿਗਰੀ ਸੈਲਸੀਅਸ ਦੇ ਉੱਪਰ 15 ਤੋਂ 30 ਸੈਕਿੰਡ ਤੱਕ ਗਰਮ ਕੀਤਾ ਜਾਂਦਾ ਹੈ ਅਤੇ ਫਿਰ ਇੱਕਦਮ ਠੰਡਾ ਕਰਕੇ ਸਟੋਰ ਕੀਤਾ ਗਿਆ ਹੁੰਦਾ ਹੈ। ਇਸ ਤਰ੍ਹਾਂ ਕਿਉਂ ਕੀਤਾ ਜਾਂਦਾ ਹੈ? ਇਸ ਤਰ੍ਹਾਂ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਸੂਖਮ ਜੀਵਾਂ ਦਾ ਵਾਧਾ ਰੋਕਿਆ ਜਾ ਸਕੇ। ਠੀਕ ਹੈ। ਸੋ ਇਹਦਾ ਉੱਤਰ ਹੋਏਗਾ ਸੂਖਮ ਜੀਵਾਂ ਦੇ ਵਾਧੇ ਨੂੰ ਰੋਕਣ ਵਾਸਤੇ। ਤੇ ਇਸ ਕਿਰਿਆ ਨੂੰ ਕਹਿੰਦੇ ਆ ਪਾਸਚਰਾਈਜੇਸ਼ਨ, ਪਾਸਚਰੀਕਰਨ ਪੰਜਾਬੀ ਦੇ ਵਿੱਚ। ਅੱਗੇ ਆ ਜਾਂਦੇ ਹੈਗੇ ਆ ਪ੍ਰਸ਼ਨ ਨੰਬਰ 23। ਉਹ ਕੀ ਪ੍ਰਸ਼ਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਸ ਵਿੱਚ ਕਲੋਰੋਫਿਲ ਮੌਜੂਦ ਹੁੰਦੀ ਹੈ ਅਤੇ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਕਰਦਾ ਹੈ? ਸੋ ਉੱਤਰ ਹੋਏਗਾ ਨੀਲੀ ਹਰੀ ਕਾਈ। ਨੀਲੀ ਹਰੀ ਕਾਈ ਤੇ ਆਪਾਂ ਟਿਕ ਲਗਾਉਂਦੇ ਆ। ਨਮਕ ਅਤੇ ਖਾਣ ਵਾਲਾ ਤੇਲ ਆਮ ਤੌਰ ਤੇ ਪਰਿਰੱਖਿਅਕ ਦੇ ਤੌਰ ਤੇ ਵਰਤੇ ਜਾਂਦੇ ਹਨ, ਪਰ ਜੈਮ ਅਤੇ ਸਕੁਐਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖਿਆਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਤਾਂ ਇਹਦੇ ਵਿੱਚ ਕੀਤੀ ਜਾਂਦੀ ਹੈ ਸੋਡੀਅਮ ਬੈਂਜੋਏਟ। ਸੋਡੀਅਮ ਬੈਂਜੋਏਟ ਦੀ ਵਰਤੋਂ ਕੀਤੀ ਜਾਂਦੀ ਹੈ। 25ਵਾਂ ਪ੍ਰਸ਼ਨ ਹੈ ਸਾਡੇ ਕੋਲ, ਸੁਮਨ ਨੂੰ ਜ਼ੁਕਾਮ ਹੋਇਆ ਹੈ ਅਤੇ ਉਸ ਦਾ ਭਰਾ ਉਸ ਦੇ ਨੇੜੇ ਬੈਠਾ ਹੈ। ਉਸ ਦੀ ਮਾਤਾ ਉਸ ਨੂੰ ਆਪਣੀ ਭੈਣ ਤੋਂ ਦੂਰ ਬੈਠਣ ਲਈ ਕਹਿੰਦੀ ਹੈ। ਇਸ ਦਾ ਕੀ ਕਾਰਨ ਹੈ? ਕਿਉਂਕਿ ਜ਼ੁਕਾਮ ਸਾਨੂੰ ਪਤਾ ਹੈ ਇੱਕ ਲਾਗ ਦਾ ਰੋਗ ਹੈ।